ਸਤਿ ਸ਼੍ਰੀ ਅਕਾਲ। ਜਿਵੇਂ ਕਿ ਪੰਜਾਬ ਦੇ ਵਿੱਚ ਨਵੇਂ ਮੰਤਰੀ ਬਣਦੇ ਨੇ ਤਾਂ ਨਵੇਂ ਮੰਤਰੀ ਬਣਨ ਤੋਂ ਬਾਅਦ ਕੱਲ੍ਹ ਤੁਹਾਨੂੰ ਦਿਖਾਏ ਸੀ ਵਿਧਾਨ ਸਭਾ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਆਪਣੇ ਆਪਣੇ ਕਮਰੇ ਮਿਲ ਗਏ ਤਾਂ ਨਾਲ ਕੱਲ੍ਹ ਦੇਰ ਸ਼ਾਮ ਹੈ ਜਿਹੜਾ ਪੋਰਟਫੋਲੀਓ ਵੀ ਰਿਲੀਜ਼ ਹੋ ਚੁੱਕਿਆ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਪੰਜਾਬ ਸੈਕਟਰੀਏਟ ਦੇ ਵਿੱਚ ਮੰਤਰੀਆਂ ਨੂੰ ਜਿਹੜੇ ਕਮਰੇ ਅਲਾਟ ਹੋਏ ਨੇ ਤੇ ਉਹਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਕਿਹੜਾ ਕਮਰਾ ਕਿਹਨੂੰ। ਇਹ ਅਸੀਂ ਬਿਲਕੁਲ ਆਖਰੀ ਫਲੋਰ ਯਾਨੀ ਕਿ ਉੱਤੇ 7ਵੇਂ ਫਲੋਰ ਤੋਂ ਸ਼ੁਰੂਆਤ ਕਰੀ ਹੈਗੀ ਤਾਂ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ, ਹਾਲਾਂਕਿ ਡਿਪਾਰਟਮੈਂਟ ਨਹੀਂ ਲਿਖਿਆ ਉਹਨਾਂ ਕੋਲ, ਮਾਈਨਜ਼, ਲੀਗਲ, ਟੂਰਿਜ਼ਮ ਜਿਹੜੇ ਨੇ ਕਿ ਉਹ ਦਫ਼ਤਰ ਰਹਿਣ ਵਾਲਾ ਉਹਨਾਂ ਦਾ ਤੇ ਤੁਹਾਨੂੰ ਦਿਖਾ ਦਿੰਦੇ ਹਾਂ। ਹਾਲਾਂਕਿ ਚਹਿਲ ਪਹਿਲ ਸਵੇਰ ਦੀ ਹੈਗੀ ਤਾਂ ਉਹਦੇ ਨਾਲ ਹੀ ਹੁਣ ਦੇਖਣਾ ਹੋਊਗਾ ਕਿ ਅੱਗੇ ਦਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੰਮਕਾਜ ਦਾ ਪੂਰਾ ਸ਼ੁਰੂਆਤ ਰਹਿੰਦੀ ਹੈਗੀ ਕਿਉਂਕਿ ਬੜਾ ਜਲਦੀ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਹੋ ਚੱਲੀ ਆ ਤੇ ਹਾਲਾਂਕਿ ਉਹ ਗੱਲਬਾਤ ਹੀ ਕਰ ਰਹੇ ਨੇ ਮੀਡੀਆ ਦੇ ਨਾਲ। ਦੇਖ ਵੀ ਲੈਂਦੇ ਆ ਕਿ ਕੀ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਕਰਨ ਲੱਗੇ ਨੇਗੇ। ਨਵੇਂ ਬਣੇ ਮੰਤਰੀ ਨੇ ਆਪਦੇ ਜ਼ਿੰਮੇਵਾਰੀਆਂ ਸੰਭਾਲਣੀਆਂ ਸ਼ੁਰੂ ਕਰਤੀਆਂ। ਹਰਜੋਤ ਬੈਂਸ ਸਾਡੇ ਨਾਲ ਨੇਗੇ ਤੇ ਉਹਨਾਂ ਕੋਲ ਬੜੀ ਅਹਿਮ ਜੇ ਕਿਹਾ ਜਾਵੇ 3 ਡਿਪਾਰਟਮੈਂਟ, ਮਾਈਨਿੰਗ ਦੀ ਗੱਲ ਹੋਵੇ, ਜੇਲ੍ਹਾਂ ਦੀ ਹੋਵੇ, ਕਾਨੂੰਨ ਵਿਵਸਥਾ ਤੇ ਨਾਲ ਟੂਰਿਜ਼ਮ ਵੀ ਹੈਗੀ ਆ। ਬੈਂਸ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਨਵੀਂ ਜ਼ਿੰਮੇਵਾਰੀ ਮਿਲੀ ਹੈ ਤੇ ਡਿਪਾਰਟਮੈਂਟ ਵੀ ਤੁਹਾਡੇ ਕੋਲ ਉਹ ਨੇ ਜਿਹੜੇ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ ਤੇ ਬਹੁਤ ਧੰਨਵਾਦ ਜੀ। ਇਹ ਵੱਡੀ ਜ਼ਿੰਮੇਵਾਰੀ ਹੈ ਪਰ ਇਹਨੂੰ ਬਹੁਤ ਤਨਦੇਹੀ ਨਾਲ, ਬਹੁਤ ਇਮਾਨਦਾਰੀ ਨਾਲ ਨਿਭਾਵਾਂਗੇ। ਮੈਨੂੰ ਮੇਰੇ ਲੀਡਰ ਅਰਵਿੰਦ ਕੇਜਰੀਵਾਲ ਜੀ ਤੇ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਵੀ ਤੁਹਾਡਾ ਜਿਹੜਾ ਹੈਗਾ ਇੰਡਕਸ਼ਨ ਇਸ ਕਰਕੇ ਹੋਈ ਹੈ ਕਿ ਸਾਨੂੰ ਪਤਾ ਕਿ ਤੂੰ ਇਮਾਨਦਾਰ ਹੈ ਅਤੇ ਤੂੰ 24 ਘੰਟੇ ਕੰਮ ਕਰ ਸਕਦਾ, ਪੜ੍ਹਿਆ ਲਿਖਿਆ ਮੁੰਡਾ ਅਤੇ ਹੁਣ ਮੈਂ ਉਹਨਾਂ ਦੀ ਉਮੀਦਾਂ 'ਤੇ ਖਰਾ ਉਤਰਨਾ ਜੀ। ਮੈਂ ਹੀ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੂੰਗਾ, ਵਿਸ਼ਵਾਸ ਰੱਖਿਓ 101% ਇਮਾਨਦਾਰੀ। ਜੇ ਤੁਹਾਨੂੰ ਕੋਈ ਬੰਦਾ ਆ ਕੇ ਕਹੇ ਮੈਂ ਹਰਜੋਤ ਦਾ ਦੋਸਤ ਹਾਂ, ਮੈਂ ਫਲਾਣਾ ਰਿਸ਼ਤੇਦਾਰ ਹਾਂ, ਕੋਈ ਗੱਲ ਨਹੀਂ ਹੋ ਸਕਦੀ ਜੀ। ਕਿਉਂਕਿ ਇਹ ਵਾਲਾ ਬੜਕਾ ਹੀ ਹਾੜ ਦਿਓ। ਦੂਜੀ ਗੱਲ 24 ਘੰਟੇ ਕੰਮ ਕਰਾਂਗੇ। ਤੁਹਾਡੇ ਕੋਲ ਵੀ ਚੰਗੇ ਸੁਝਾਅ ਲੈ ਕੇ ਆਓ, ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ। ਦੇਸ਼ ਦੀ ਬੈਸਟ ਮਾਈਨਿੰਗ ਪਾਲਿਸੀ ਪੰਜਾਬ ਸੂਬੇ ਦੀ ਹੋਊਗੀ। ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੇ ਟੂ ਡੇ ਰਿਪੋਰਟ ਕਰੂੰਗਾ ਉਹਦੇ ਉੱਤੇ। ਜੇਲ੍ਹ ਸੁਧਾਰ ਲੈ ਕੇ ਆਵਾਂਗੇ ਜੀ। ਟੂਰਿਜ਼ਮ ਪੰਜਾਬ ਦੇ ਪਿੰਡਾਂ ਨੂੰ ਹੁਣ ਦੁਨੀਆ ਚਮਕਾਵਾਂਗੇ। ਬੰਬੇ, ਬੈਂਗਲੌਰ ਤੋਂ ਲੋਕ ਜਦੋਂ ਕਹਿਣਗੇ ਵੀ ਸਕੂਨ 2-4 ਦਿਨ ਬਿਤਾਣੇ ਆ, ਉਹ ਹੁਣ ਗੋਆ ਜਾਂ ਹੋਰ ਕਿਤੇ ਨਹੀਂ ਜਾਣਗੇ, ਪੰਜਾਬ ਦੇ ਪਿੰਡਾਂ 'ਚ ਆ ਕੇ ਰਹਿਣਗੇ। ਪੰਜਾਬ ਦੇ ਪਿੰਡਾਂ 'ਚ ਆਪਾਂ ਟੂਰਿਜ਼ਮ ਪੈਦਾ ਕਰਾਂਗੇ, ਪੰਜਾਬ ਦੇ ਸੱਭਿਆਚਾਰ ਨੂੰ ਪ੍ਰਵੱਲਿਤ ਕਰਾਂਗੇ। ਜਿਹੜੇ ਲਾਅ ਰਿਫਾਰਮਸ ਨੇ, ਕੋਈ ਕਾਨੂੰਨਾਂ ਸੁਧਾਰ ਹੋਣ ਵਾਲੇ, ਉਹ ਵੀ ਕਰਾਂਗੇ। ਇੱਕ ਮਾਈਨਿੰਗ ਨੂੰ ਲੈ ਕੇ ਦੱਸ ਦਿਓ ਕਿਉਂਕਿ ਮਾਈਨਿੰਗ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਆ ਲੋਕਾਂ ਨੂੰ ਲੱਗਦਾ ਖੱਡਾਂ ਦਾ। ਕੇਜਰੀਵਾਲ ਦਾ ਮੰਤਰੀ ਹੈ ਜੀ, ਭਗਵੰਤ ਮਾਨ ਦਾ ਮੰਤਰੀ ਹੈ, ਠੀਕ ਹੈ। ਜਾਂ ਹਰਜੋਤ ਬੈਂਸ ਰਹੂਗਾ ਜਾਂ ਮਾਈਨਿੰਗ ਮਾਫੀਆ ਰਹੂਗਾ। ਮਾਈਨਿੰਗ ਮਾਫੀਆ ਦੀ ਜੜ ਖਤਮ ਕਰਾਂਗੇ। ਜੇਲ੍ਹਾਂ ਦਾ ਜਿਹੜਾ ਲਗਾਤਾਰ ਰਹਿੰਦਾ ਵੀ ਫੋਨ ਆਈ ਜਾਂਦੇ ਨੇ ਲੋਕਾਂ ਨੂੰ, ਧਮਕੀਆਂ ਤੱਕ ਆਉਂਦੀਆਂ ਨੇ, ਇਕੱਲਾ ਫੋਨ ਵਰਤਣ ਤੱਕ ਦਾ ਨਹੀਂ, ਧਮਕੀਆਂ ਤੱਕ ਆਉਂਦੀਆਂ ਨੇ ਲੋਕਾਂ ਨੂੰ। ਉਹ ਸਿਸਟਮ ਨੂੰ ਕਿਵੇਂ ਖਤਮ ਕਰੋਗੇ ਤੇ ਨਾਲ ਹੀ ਜਿਹੜਾ ਨਸ਼ਾ ਹੁੰਦਾ ਇਮੀਡੀਏਟ ਸੁਧਾਰ ਦੇਖੋਗੇ ਤੁਸੀਂ ਜੀ। ਜੇ ਫਿਰ ਵੀ ਕੋਈ ਇੱਦਾਂ ਦੀ ਗੱਲ ਹੈ ਤੁਸੀਂ ਸਾਡੇ ਲੈ ਕੇ ਆਓ। ਜੇਲ੍ਹਾਂ 'ਚ ਤਸਕਰੀ ਬੰਦ ਹੋਊਗੀ ਤੇ ਜੋ ਜੇਲ੍ਹਾਂ ਜੋ ਅਸਲੀ ਉਹਦਾ ਨਾਮ ਹੈ ਸੁਧਾਰ ਘਰ, ਉਹ ਜਿਹੜੇ ਸੁਧਾਰ ਘਰ ਉਹ ਬੁਲਾਓ। ਪਰ ਐਡਾ ਵੱਡਾ ਸਿਸਟਮ ਜਿਹੜਾ ਪਹਿਲਾਂ ਫੈਲਿਆ ਉਹਨੂੰ ਕਿਵੇਂ ਕਰੋਗੇ? ਲਾਸਟ ਕਰਕੇ ਦਿਖਾਵਾਂਗੇ ਜੀ। ਗੱਲਾਂ ਘੱਟ, ਕੰਮ ਜ਼ਿਆਦਾ, ਐਕਸ਼ਨ ਬੋਲਣਗੇ। ਜਿਵੇਂ ਕਮਰੇ ਨੇ ਜਿਹੜੇ ਅਲਾਟ ਹੋ ਗਏ ਨੇ ਮੰਤਰੀਆਂ ਨੂੰ, ਪੋਰਟਫੋਲੀਓ ਵੀ ਹੋ ਗਿਆ ਹੈਗਾ ਤਾਂ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਿੰਦੇ ਹਾਂ। ਹੁਣ ਅਸੀਂ ਪਹੁੰਚੇ ਹਾਂਗੇ 6ਵੇਂ ਫਲੋਰ ਤੇ। ਜਿਹੜਾ ਕਮਰਾ 2 ਮੰਤਰੀਆਂ ਦੇ ਨਾਲ ਨੇਗੇ, ਕੁਲਦੀਪ ਸਿੰਘ ਧਾਲੀਵਾਲ ਨੇ, ਇਹਨਾਂ ਲਵੇ ਐਨੀਮਲੀ ਹਸਬੈਂਡਰੀ, ਰੂਰਲ ਡਿਵੈਲਪਮੈਂਟ ਹੈਗਾ ਤੇ 35 ਨੰਬਰ ਕਮਰਾ। ਜਿਵੇਂ ਕਿ ਉੱਪਰ ਜੇ ਕਹੀਏ ਕਿ ਇਹ ਜਿਹੜੇ ਸਟਰਕਚਰ ਬਣੇ ਹੋਏ ਨੇ ਕਮਰਿਆਂ ਦੇ, ਹਰਜੋਤ ਬੈਂਸ ਹੋਰਾਂ ਦਾ ਕਮਰਾ ਸੀ, ਉਸੇ ਤਰ੍ਹਾਂ ਦੇ ਨਾਲ ਦਾ ਇਹ ਕਮਰਾ। ਹਾਲਾਂਕਿ ਇਹ 43 ਨੰਬਰ ਕਮਰਾ ਪੈਂਦਾ ਤੇ ਤਿਆਰੀਆਂ ਉਦੋਂ ਪਹਿਲਾਂ ਦੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਰਹਿਣ ਵਾਲੀਆਂ ਨੇ ਕਿਉਂਕਿ ਉਸ ਤੋਂ ਬਾਅਦ ਜ਼ਿੰਮੇਵਾਰੀ ਸਾਂਭਣਗੇ ਉਹਨਾਂ ਨੇ, ਜ਼ਿੰਮੇਵਾਰੀ ਸਾਂਭ ਲੈਣੀ ਹੈਗੀ ਤੇ ਇਸ ਤਰ੍ਹਾਂ ਨੂੰ ਲੈ ਕੇ ਪਹਿਲਾਂ ਕਿਉਂਕਿ ਸਰਕਾਰੀ ਅਮਲਾ ਜਿਹੜਾ ਉਹ ਮੁੱਖ ਤੌਰ 'ਤੇ ਆਪਦੀ ਜ਼ਿੰਮੇਵਾਰੀਆਂ ਮੂਰਲੀਆਂ ਜਿਹੜੀਆਂ ਕਹਿੰਦੇ ਨੇ ਆਪਾਂ ਅੱਗੇ ਵਾਲੀਆਂ ਨੇ ਉਹ ਪੂਰੀਆਂ ਕਰਦਾ ਹੋਇਆ ਨਜ਼ਰ ਆ ਰਿਹਾ। ਤੇ ਇਸ ਤੋਂ ਬਾਅਦ ਜਿਹੜਾ ਇਹ ਆ ਗਿਆ ਪੂਰੇ ਸਟਾਫ ਦਾ ਤੇ ਨਾਲ ਹੀ ਜਿਹੜਾ ਦੇਖਿਆ ਜਾਵੇ ਕਮਰਾ ਤੇ ਨਾਲ ਹੀ ਉਧਰ ਡਿਪਾਰਟਮੈਂਟਸ ਨੂੰ ਲੈ ਕੇ ਆ। ਹਾਲਾਂਕਿ ਇਹ ਕਮਰਾ ਜਿਹੜਾ ਇਹ ਮੰਤਰੀ ਸਾਹਿਬ ਦਾ ਰਹਿਣ ਵਾਲਾ, ਹਾਲਾਂਕਿ ਉਹ ਦਫ਼ਤਰੀ ਸਟਾਫ ਦਾ ਸੀ ਤੇ ਉਸ ਦੇ ਵਿੱਚ ਹੀ ਤੁਹਾਨੂੰ ਦਿਖਾ ਦਿੰਦੇ ਅੰਦਰ ਕਿ ਪੂਰੀ ਤਿਆਰੀ ਹੋ ਗਈ ਹੈ। ਝਾੜ ਪੁੰਜ ਕੇ ਜਿਵੇਂ ਕਹਿੰਦੇ ਹੁੰਦੇ ਨੇ ਕਮਰਿਆਂ ਨੂੰ ਸਾਫ਼ ਸਫਾਈ ਕਰਕੇ ਤਿਆਰ ਕਰ ਲਿਆ ਗਿਆ। ਸਰਕਾਰੀ ਅਮਲਾ ਪੱਬਾ ਭਾਰ ਹੈ ਕਿ ਜਦੋਂ ਮੰਤਰੀ ਜੀ ਨੇ ਆ ਕੇ ਜ਼ਿੰਮੇਵਾਰੀ ਸਾਂਭ ਲੈਣੀ ਹੈ ਅਤੇ ਉਹਦੇ ਨਾਲ ਜੇ ਕਿਹਾ ਜਾਵੇ ਇੱਦੋਂ ਜਦੋਂ ਨਾਲ ਹੀ ਹਟਦੇ ਹਾਂ ਤਾਂ ਦੂਜੇ ਪਾਸੇ ਜਿਹੜਾ ਤਾਂ ਲਗਾਤਾਰ ਹੁਣ ਕਿਉਂਕਿ ਕਮਰੇ ਅਲਾਟ ਹੋਣੇ ਸ਼ੁਰੂ ਹੋ ਗਏ ਨੇ, ਨਾਲ ਹੀ ਉਹਨਾਂ ਦੇ ਜੇ ਕਿਹਾ ਜਾਵੇ ਇੱਕੋ ਹੀ ਫਰੇਮ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਨਾਲ ਵਾਲੀ ਕਮਰਾ 37 ਨੰਬਰ ਜਿਹੜਾ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ, ਇਹਨਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੇ ਕੋਲੇ ਜ਼ਿੰਮੇਵਾਰੀ ਪੋਰਟਫੋਲੀਓ ਜਦੋਂ ਰਿਲੀਜ਼ ਹੁੰਦਾ ਤਾਂ ਉਹਦੇ ਵਿੱਚ ਵਾਟਰ ਸੈਨੀਟੇਸ਼ਨ, ਵਾਟਰ ਡਿਵੈਲਪਮੈਂਟ ਉਹ ਹੈਗਾ। ਹਾਲਾਂਕਿ ਦੇਖ ਲੈਂਦੇ ਹਾਂ ਖੁੱਲ੍ਹਾ ਹੈ ਕਮਰਾ ਜਾਂ ਬੰਦ ਹੈ, ਹਾਲਾਂਕਿ ਹਜੇ ਖੁੱਲ੍ਹਿਆ ਨਹੀਂ ਗਿਆ ਪਰ ਤਖਤੀਆਂ ਲੱਗ ਗਈਆਂ ਨੇਗੀਆਂ ਅਲੋਟਮੈਂਟ ਕਿਉਂਕਿ ਕਮਰਿਆਂ ਦੀ ਹੋ ਗਈ ਆ। ਕੁੱਲ ਮਿਲਾ ਕੇ ਦੇਖਿਆ ਜਾਵੇ ਖੁੱਲ੍ਹੇ ਤੌਰ 'ਤੇ ਇੱਕੋ ਜਿਹੀ
ਇਹ ਕਮਰੇ ਜਾਪਦੇ ਨੇ ਤੇ ਨਾਲ ਤਿਆਰੀਆਂ ਜ਼ਰੂਰ ਸ਼ੁਰੂ ਹੋ ਗਈਆਂ ਨੇ ਕਿ ਜਦੋਂ ਮੰਤਰੀ ਜੀ ਨੇ ਆਉਣਾ ਹੈ ਤਾਂ ਉਹਨਾਂ ਦੇ ਨਾਲ ਦੀਆਂ ਹੀ ਤਿਆਰੀਆਂ ਹੋ ਗਈਆਂ ਨੇ। ਇੱਕ ਫਲੋਰ ਤੇ ਕਹਿ ਸਕਦੇ ਹਾਂ 2 ਮੰਤਰੀਆਂ ਦੇ ਉਹ ਸੀ ਤੇ ਨਾਲ ਹੀ 2 ਕਮਰੇ, ਹਾਲਾਂਕਿ ਇੱਥੇ ਪਲੇਟ ਨਹੀਂ ਲੱਗੀ। ਇਹ 2 ਕਮਰੇ ਵੀ 34 ਨੰਬਰ ਤੇ ਬਿਲਕੁਲ ਉਹਦੇ ਸਾਹਮਣੇ ਵਾਲਾ, ਇਹ ਵੀ 2 ਕਮਰੇ ਜਿਹੜੇ ਮੰਤਰੀਆਂ ਵਾਸਤੇ ਉਹ ਤਿਆਰ ਕਰ ਲਏ ਗਏ ਨੇ। ਤੇ ਹੁਣ ਅੱਗੇ ਅਸੀਂ ਆ ਗਏ ਹਾਂ 5ਵੀਂ ਮੰਜ਼ਿਲ ਤੇ। 5ਵੀਂ ਮੰਜ਼ਿਲ ਤੇ ਵੀ 3 ਲਗਭਗ ਮੰਤਰੀਆਂ ਦੇ ਕਮਰੇ ਨੇ ਤੇ ਉਹਨਾਂ ਮੰਤਰੀਆਂ ਦੇ ਵਿੱਚ ਜੇ ਗੱਲ ਕਰੀ ਜਾਵੇ, ਅਸੀਂ ਸ਼ੁਰੂਆਤ ਕਰਨ ਲੱਗੇ ਆਂਗੇ ਜਿਹਦੇ ਵਿੱਚ ਜੇ ਕਹੀਏ ਬਿਲਕੁਲ ਜਦੋਂ ਤੁਸੀਂ ਹਰਜੋਤ ਬੈਂਸ ਹੋਰਾਂ ਦੇ ਕਮਰੇ ਤੋਂ ਨੀਚੇ ਪੌੜੀਆਂ ਉਤਰ ਕੇ ਆਉਂਦੇ ਹੋ ਤਾਂ ਉਹਨਾਂ ਦੇ ਕਮਰੇ ਦੇ ਹੀ ਨੀਚੇ ਜੇ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਹੋ ਜਾਂਦੀ ਹੈ ਫਿਰ ਮੰਤਰੀਆਂ ਦੇ ਕਮਰੇ ਦੀ। ਤੇ ਨਾਲ ਹੀ ਨਾਲ ਕਿਹਾ ਜਾ ਸਕਦਾ ਕਿ ਉਹਨਾਂ ਮੰਤਰੀਆਂ ਦੇ ਕਮਰਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਦਿਖਾਉਣ ਲੱਗਿਆ ਮੈਂ ਈਟੀਓ ਹਰਭਜਨ ਸਿੰਘ ਈਟੀਓ। ਇਹਨਾਂ ਕੋਲੇ ਮੁੱਖ ਤੌਰ ਤੇ ਦੇਖਿਆ ਜਾਵੇ ਪਾਵਰ ਡਿਪਾਰਟਮੈਂਟ ਹੈ, ਬਿਜਲੀ ਲੈ ਕੇ ਹਮੇਸ਼ਾ ਜੇ ਦੇਖਿਆ ਜਾਵੇ ਚਰਚਾ ਦੇ ਵਿੱਚ ਪੰਜਾਬ ਰਹਿੰਦਾ ਹੈ ਤੇ ਪੰਜਾਬ ਦੇ ਇਸੇ ਚਰਚਾ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਆਖਰ ਵੱਡੀ ਤੌਰ ਤੇ ਜ਼ਿੰਮੇਵਾਰੀ ਉਹਨਾਂ ਕੋਲ ਰਹਿਣ ਵਾਲੀ ਹੈ ਕਿ ਕੁਝ ਬਦਲਾਅ ਹੁੰਦੇ ਨੇ। ਅੰਦਰੋਂ ਵੀ ਤੁਹਾਨੂੰ ਦਿਖਾਉਣੇ ਆਗੇ ਕਿ ਕਿਹੋ ਜਿਹੇ ਕਮਰੇ ਤਿਆਰ ਕੀਤੇ ਗਏ ਨੇ। 33 ਨੰਬਰ ਕਮਰਾ ਇਹ ਹੈਗਾ 5ਵੇਂ ਫਲੋਰ ਦਾ। ਤੇ ਹਾਲਾਂਕਿ ਹੁਣ ਜੇ ਦੇਖਿਓ ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਆ ਕੇ ਜ਼ਿੰਮੇਵਾਰੀ ਸੰਭਾਲ ਲੈਣੀ ਹੈ। ਤੇ ਹਾਲਾਂਕਿ ਕੰਮਕਾਜ ਸੇ ਦੇਖਿਆ ਜਾਵੇ ਜੇ ਕੱਲ੍ਹ ਸ਼ਾਮ ਨੂੰ ਪੋਰਟਫੋਲੀਓ ਰਿਲੀਜ਼ ਹੋਇਆ ਤਾਂ ਪੋਰਟਫੋਲੀਓ ਤੋਂ ਬਾਅਦ ਹੀ ਹੁੰਦਾ ਦਿਖ ਰਿਹਾ ਤੇ ਨਾਲ ਹੀ ਦਫ਼ਤਰੀ ਅਮਲਾ ਹੈ ਜਿਹੜਾ ਉਹਨੇ ਵੀ ਆਪਦੀ ਇੱਕ ਤਰ੍ਹਾਂ ਦੀ ਤਿਆਰੀ ਕਹੀਏ ਸ਼ੁਰੂ ਕਰਤੀ ਹੈ। ਕਮਰੇ ਪੂਰਨ ਰੂਪ ਦੇ ਵਿੱਚ ਤਿਆਰ ਨੇ, ਬੈਠਣ ਦੀ ਵਿਵਸਥਾ ਹੋਵੇ। ਹਾਲਾਂਕਿ ਚਲੋ ਕਮਰੇ ਤਾਂ ਪਹਿਲਾਂ ਵੀ ਜੇ ਦੇਖਿਆ ਜਾਵੇ ਮੰਤਰੀ ਦੇ ਬਣੇ ਹੋਏ ਸੀਗੇ, ਪਰ ਹੁਣ ਥੋੜ੍ਹਾ ਬਹੁਤਾ ਚੇਂਜ ਜਿਵੇਂ ਹਰ ਵਾਰੀ ਕੋਈ ਕਰਾਉਂਦਾ ਹੁੰਦਾ ਤਾਂ ਉਹ ਹਲਕੇ ਫੁਲਕੇ ਚੇਂਜਾਂ ਤੋਂ ਬਾਅਦ ਜੇ ਕਿਹਾ ਜਾਵੇ ਕਮਰੇ ਤਿਆਰ ਨੇ, ਸਾਫ਼ ਸਫਾਈ ਕਰ ਲਈ ਗਈ ਹੈ। ਤੇ ਅੱਗੇ ਤੁਹਾਨੂੰ ਦਿਖਾ ਦੇਣਾ ਕਿਉਂਕਿ ਇਸੇ ਫਲੋਰ ਦੇ ਉੱਤੇ ਜਿਹੜੇ ਹੋਰ ਵੀ ਜਿਹੜੇ ਅਲੱਗ-ਅਲੱਗ ਮੰਤਰੀਆਂ ਦੇ ਕਮਰੇ ਨੇ। ਜਦੋਂ ਆਪਾਂ ਬਾਹਰ ਨਿਕਲਦੇ ਹਾਂ ਇਹ ਇਹਨਾਂ ਦਾ ਦਫ਼ਤਰੀ ਸਟਾਫ ਹੋਊਗਾ ਕਿਉਂਕਿ ਬਿਜਲੀ ਡਿਪਾਰਟਮੈਂਟ ਮੁੱਖ ਡਿਪਾਰਟਮੈਂਟ ਹੈਗਾ ਪੰਜਾਬ ਦਾ ਤੇ ਨਾਲੋਂ ਨਾਲ ਸਿੱਧੇ ਤੌਰ ਤੇ ਲੋਕ ਜਦੋਂ ਉਹਦੇ ਨਾਲ ਜੁੜਦੇ ਹੋਏ ਦਿਖਾਈ ਦਿੰਦੇ ਨੇ। ਤਾਂ ਅੱਗੇ ਨੂੰ ਜਦੋਂ ਵੱਧਦੇ ਹਾਂ ਅੱਗੇ ਨੂੰ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਪੂਰਾ ਫਲੋਰ ਨਾਲ ਜੇ ਖੈਰ ਕਹਿ ਲਈਏ ਤਾਂ ਅੱਜ ਸੈਕਟਰੀਏਟ ਦੀ ਵੀ ਸੈਰ ਤੁਹਾਨੂੰ ਕਰਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਰੇ ਕੰਮਕਾਜ ਹੁੰਦਾ ਬਣੇ ਹੋਏ ਨੇਗੇ। ਲਾਲ ਚੰਦ ਕਟਾਰੂ ਚੌਕ ਕੈਬਨਿਟ ਮੰਤਰੀ ਉਹਨਾਂ ਦਾ ਵੀ ਥੋੜ੍ਹਾ ਨਾਲ ਹੀ ਹਟ ਕੇ ਜਿਹੜਾ 30 ਨੰਬਰ ਕਮਰਾ ਜਿਹੜਾ ਉਹਨਾਂ ਦਾ ਹੈਗਾ, ਉਹਨਾਂ ਦੇ ਵੀ ਕਮਰੇ ਦੀ ਜੇ ਕਿਹਾ ਜਾਵੇ ਤਿਆਰੀ ਪੂਰੀ। ਖੈਰ ਤਿਆਰੀ ਤਾਂ ਦਫ਼ਤਰੀ ਅਮਲੇ ਨੇ ਕਰਨੀ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਪੂਰਨ ਰੂਪ ਦੇ ਵਿੱਚ ਕੀਤੀ ਹੋਈ ਹੈਗੀ ਹੈ। ਇਹਨਾਂ ਕੋਲੇ ਜ਼ਿੰਮੇਵਾਰੀ ਜਿਹੜੀ ਰਹਿਣ ਵਾਲੀ ਹੈ ਪਿਛਲੀ ਸਰਕਾਰ 'ਚ ਜਿਵੇਂ ਭਾਰਤ ਭੂਸ਼ਣ ਆਸ਼ੂ ਹੋਰਾਂ ਕੋਲ ਸੀਗੀ ਫੂਡ ਸਪਲਾਈ ਦੀ, ਇਹਨਾਂ ਕੋਲ ਰਹਿਣ ਵਾਲੀ ਹੈ। ਇਸ ਸਰਕਾਰ ਦੇ ਵਿੱਚ ਲਾਲ ਚੰਦ ਦੀ ਗੱਲ ਕੀਤੀ ਜਾਵੇ ਤਾਂ ਨਾਲ ਹੀ ਫੋਰੈਸਟ ਪਿਛਲੀ ਵਾਰੀ ਸਾਧੂ ਸਿੰਘ ਧਰਮਸੋਤ ਹੋਰਾਂ ਕੋਲ ਸੀ ਤਾਂ ਇਹਨਾਂ ਨੂੰ ਨਾਲ ਜੰਗਲਾਤ ਵਿਭਾਗ ਵੀ ਦਿੱਤਾ ਗਿਆ। ਮੁੱਖ ਤੌਰ ਤੇ ਦੇਖਿਆ ਜਾਵੇ ਤਾਂ ਜੰਗਲਾਤ ਵਿਭਾਗ ਦੀਆਂ ਨੂੰ ਲੈ ਕੇ ਹਮੇਸ਼ਾ ਹੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੰਗਲਾਤ ਖਤਮ ਹੁੰਦਾ ਜਾਂਦਾ ਉਸ ਨੂੰ ਲੈ ਕੇ ਵੱਡੀ ਜ਼ਿੰਮੇਵਾਰੀ ਮੰਤਰੀ ਸਿਰ ਰਹਿੰਦੀ ਹੈ। ਦੂਜੇ ਪਾਸੇ ਫੂਡ ਸਪਲਾਈ ਜਦੋਂ ਵੀ ਪੰਜਾਬ ਦੇ ਵਿੱਚ ਜੇ ਕਿਹਾ ਜਾਵੇ ਜਦੋਂ ਅੰਨ ਚੱਕਿਆ ਜਾਣਾ ਤਾਂ ਉਸ ਨੂੰ ਲੈ ਕੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਰਹਿੰਦੀ ਹੈ। ਤੇ ਇਸ ਤੋਂ ਪਹਿਲਾਂ ਵੀ ਜੇ ਕਿਹਾ ਜਾਵੇ ਕਿ ਹਾਲਾਂਕਿ ਮੰਤਰੀਆਂ ਕੋਲ ਕਮਰੇ ਸੀ ਪਰ ਅਮੂਮਨ ਤੌਰ ਤੇ ਜ਼ਿਆਦਾ ਦੇਖਿਆ ਜਾਂਦਾ ਹੁੰਦਾ ਸੀ ਕਿ ਕਈ ਦਿਨ ਲੱਗ ਜਾਂਦੇ ਸੀ ਮੰਤਰੀਆਂ ਦੇ ਕਮਰੇ ਤਿਆਰ ਹੋਣ ਨੂੰ ਕਿਉਂਕਿ ਹਰੇਕ ਮੰਤਰੀ ਆਪਦੇ ਹਿਸਾਬ ਦੇ ਨਾਲ ਉਹਨਾਂ ਦੀ ਤਿਆਰੀ ਕਰਾਉਂਦਾ ਸੀ। ਪਰ ਫਿਲਹਾਲ ਤੌਰ ਤੇ ਕਹਿ ਸਕਦੇ ਹਾਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਨੇ ਉਸੇ ਤਰ੍ਹਾਂ ਦੇ ਨਾਲ ਕਮਰੇ ਨੇ ਜਿਹੜੇ ਐਕਸੈਪਟ ਕਰੇ ਨੇ। ਭਵਿੱਖ ਦੇ ਵਿੱਚ ਕੋਈ ਚੇਂਜ ਬਦਲੂ ਹੋ ਜਾਵੇ ਵੱਖਰੀ ਗੱਲ ਹੈ, ਪਰ ਇਹ ਲਾਲ ਚੰਦ ਕਟਾਰੂ ਚੌਕ ਦਾ ਕਮਰਾ ਹੈ। ਤਾਂ ਉਦੋਂ ਬਾਅਦ ਫਿਰ ਅੱਗੇ ਨੂੰ ਵੱਧਦੇ ਹਾਂ ਕਿ ਹੋਰ ਕਿਹਦਾ ਕਮਰਾ ਨਾਲ ਹੀ ਅੱਗੇ ਨੂੰ ਵਧਦੇ ਹਾਂ ਤਾਂ ਲਾਲਜੀਤ ਸਿੰਘ ਭੁੱਲਰ ਯਾਨੀ ਕਿ ਇੱਕ ਇਹ ਵੀ ਦੇਖਿਆ ਗਿਆ ਕਿ ਕੋਲੇ ਕਮਰੇ ਨੇ। ਇਹ 25 ਨੰਬਰ ਕਮਰਾ ਹੈਗਾ ਲਾਲਜੀਤ ਸਿੰਘ ਭੁੱਲਰ ਹੋਰਾਂ ਦਾ ਤੇ ਟਰਾਂਸਪੋਰਟ ਵਿਭਾਗ ਇਹਨਾਂ ਕੋਲ ਮੁੱਖ ਜ਼ਿੰਮੇਵਾਰੀ ਹੈ ਜੇ ਕਿਹਾ ਜਾਵੇ ਦਿੱਤੀ ਹੋਈ ਹੈਗੀ ਹੈ। ਦੇਖ ਲੈਂਦੇ ਹਾਂ ਜੇ ਖੁੱਲ੍ਹਾ ਕਮਰਾ ਤਾਂ ਤੁਹਾਨੂੰ ਅੰਦਰ ਦਾ ਵੀ ਦਿਖਾ ਦਿੰਦੇ ਹਾਂ ਕਿ ਇਹ ਵੀ ਕਮਰੇ ਉਸੇ ਤਰ੍ਹਾਂ ਦੇ ਨਾਲ ਤਿਆਰ ਪਿੱਛੇ ਵੇਟਿੰਗ ਰੂਮ ਹੈ ਇਹਨਾਂ ਕਮਰਿਆਂ ਦੇ ਕਈਆਂ ਦੇ ਪਿੱਛੇ ਬਣਿਆ ਹੋਇਆ। ਤਾਂ ਤਿਆਰੀ ਪੂਰੀ ਕਮਰਿਆਂ ਦੇ ਵਿੱਚ ਹੋ ਚੁੱਕੀ ਹੈ। ਇਹ ਲਾਲਜੀਤ ਸਿੰਘ ਭੁੱਲਰ ਨੇ ਜਿਹੜੇ ਇਹ ਉਹਨਾਂ ਦਾ ਕਮਰਾ ਹੈਗਾ ਤੇ ਸਾਫ਼ ਸਫਾਈ ਕਰਕੇ ਜੇ ਕਿਹਾ ਜਾਵੇ ਅੱਜ ਦੁਪਹਿਰ ਤੋਂ ਬਾਅਦ ਮੋਸਟਲੀ ਤੌਰ ਤੇ ਹਰਜੋਤ ਬੈਂਸ ਨੇ ਹਾਲਾਂਕਿ ਜ਼ਿੰਮੇਵਾਰੀ ਸੰਭਾਲ ਲਈ ਹੈ ਜੋ ਪਤਾ ਲੱਗ ਗਿਆ ਤੇ ਗੱਲਬਾਤ ਅਸੀਂ ਕੀਤੀ ਉਹਨਾਂ ਦੇ ਨਾਲ ਤੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਜਿਹੜੀ ਹੈ ਤੇ ਉਹਦੇ ਨਾਲ ਇਹ ਵੀ ਪਤਾ ਲੱਗ ਰਿਹਾ ਵੀ ਕਿ ਜਦੋਂ ਹੁਣ ਸੈਸ਼ਨ ਅੱਜ ਖਤਮ ਹੋਣਾ ਹੈ ਤਾਂ ਮੋਸਟਲੀ ਮੰਤਰੀ ਨੇ ਜਿਹੜੇ ਉਦੋਂ ਜ਼ਿੰਮੇਵਾਰੀਆਂ ਸੰਭਾਲਣਗੇ ਆਪਦੇ ਡਿਪਾਰਟਮੈਂਟ ਦਾ ਕੰਮ ਸ਼ੁਰੂ ਕਰ ਦੇਣਗੇ ਤੇ ਇਸ ਤੋਂ ਬਾਅਦ ਦੀ ਅੱਗੇ ਦੀ ਜੇ ਕਿਹਾ ਜਾਵੇ ਆਪਦੀ ਕਾਰਗੁਜ਼ਾਰੀ ਸ਼ੁਰੂ ਕਰਨਗੇ ਤੇ ਹੁਣ ਅਗਲੇ ਮੰਤਰੀਆਂ ਦੇ ਕਮਰੇ ਦੇ ਵੱਲ। ਤੇ ਨਾਲ ਹੀ ਜੇ ਕਹੀਏ ਲਾਲਜੀਤ ਭੁੱਲਰ ਹੋਰਾਂ ਦੇ ਕਮਰੇ ਤੋਂ ਬਾਅਦ ਡਾਕਟਰ ਬਲਜੀਤ ਕੌਰ ਮੈਡਮ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜੀ ਵੂਮਨ ਸਿਕਿਉਰਿਟੀ ਦੀ ਹੈ, ਸੋਸ਼ਲ ਸਿਕਿਉਰਿਟੀ ਦੀ ਹੈ ਤੇ ਨਾਲ ਹੀ ਉਹਨਾਂ ਦੇ ਵੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਕਮਰਾ ਰੈਡੀ ਹੋ ਚੁੱਕੇ। ਹਾਲਾਂਕਿ ਦੁਪਹਿਰ ਤੋਂ ਬਾਅਦ ਆ ਕੇ ਤਮਾਮ ਮੰਤਰੀ ਨੇ ਜਿਹੜੇ ਕਮਰਾ ਸਾਂਭਣਗੇ। ਸਾਧੂ ਸਿੰਘ ਧਰਮਸੋਤ ਹੋਰਾਂ ਦਾ ਇੱਥੇ ਕਮਰਾ ਹੁੰਦਾ ਸੀਗਾ ਤੇ ਤਿਆਰੀ ਪੂਰੀ ਆ, ਸਾਫ਼ ਸਫਾਈ ਹੋ ਚੁੱਕੀ ਆ। ਹਾਲਾਂਕਿ
ਪਿੱਛੇ ਤੁਹਾਨੂੰ ਦਿਖਾਦਾ ਜਿਹੜੀਆਂ ਫੋਟੋਆਂ ਜਿਵੇਂ ਕਿ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਲੱਗਣੀਆਂ ਤਾਂ ਉਹ ਪੁਆਇੰਟ ਖਾਲੀ ਨੇ, ਕਿਉਂਕਿ ਪਹਿਲਾਂ ਜਿਹੜੀਆਂ ਫੋਟੋਆਂ ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਦੀ ਲੱਗੀ ਹੁੰਦੀ ਸੀ ਤਾਂ ਉਹ ਜਗ੍ਹਾਵਾਂ ਖਾਲੀ ਛੱਡੀਆਂ ਗਈਆਂ ਨੇ। ਤੇ ਇਹ ਕਿਹਾ ਜਾ ਸਕਦਾ ਕਿ ਅੱਜ ਤੋਂ ਬਾਅਦ ਕੰਮਕਾਜ ਸ਼ੁਰੂ ਹੁੰਦੇ ਹੋਏ ਨਜ਼ਰ ਆ ਜਾਣਗੇ। ਮੰਤਰਾਲੇ ਜਿਵੇਂ ਕੱਲ੍ਹ ਪੋਰਟਫੋਲੀਓ ਵੰਡਿਆ ਤਾਂ ਉਦੋਂ ਬਾਅਦ ਦੀ ਜ਼ਿੰਮੇਵਾਰੀ ਜਿਹੜੀ ਰਹਿਣ ਵਾਲੀ ਹੈ। ਤੇ ਨਾਲ ਹੁਣ ਬਾਕੀ ਅੱਗੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜਿਹੜੇ ਰਹਿ ਗਏ ਨੇ ਕਿ ਆਖਰ ਲਓ ਜੀ। ਉਦੋਂ ਬਾਅਦ ਚਲਦੇ ਆ ਗਿਆ ਥਰਡ ਫਲੋਰ 'ਤੇ। ਥਰਡ ਫਲੋਰ ਦੇ ਵੀ ਜਿਹੜੇ ਸ਼ੁਰੂਆਤ ਕਰਦੇ ਆ ਤਾਂ ਮੀਤ ਸਿੰਘ ਮੇਤੀਹਰ ਇਹਨਾਂ ਦਾ ਕਮਰਾ ਸ਼ੁਰੂਆਤੀ ਤੌਰ 'ਤੇ ਜੇ ਕਹੀਏ ਕਿ ਪਿੱਛੋਂ ਜਦੋਂ ਆਉਂਦੇ ਹੈਗੇ ਇਹਨਾਂ ਦੇ ਵੀ ਦਫ਼ਤਰੀ ਅਮਲੇ ਦੇ ਵੱਲੋਂ ਤਿਆਰੀ ਕਰਕੇ ਕਮਰਾ ਸਾਫ਼ ਸਫਾਈ ਪੂਰੀ ਕਰਾ ਲਈ ਗਈ ਹੈ। ਤੇ ਉਸ ਤੋਂ ਬਾਅਦ ਮੇਤੀਹਰ ਉਰੇ ਚਾਰਜ ਸਾਂਭਣਗੇ। ਹਾਲਾਂਕਿ ਨਾਲ ਹੀ ਤੁਹਾਨੂੰ ਦੱਸਦਾ ਵੀ ਇਹ ਜਿਹੜੇ ਕਮਰੇ ਨੇ ਇਹਨਾਂ ਦੇ ਕਮਰਿਆਂ ਦੇ ਵਿੱਚ ਵੇਟਿੰਗ ਰੂਮ ਕਿਸੇ ਦੇ ਪਿੱਛੇ ਬਣਿਆ ਹੋਇਆ, ਕਿਸੇ ਦੇ ਸਾਈਡ 'ਤੇ ਬਣਿਆ ਹੋਇਆ। ਤੇ ਇਸੇ ਤਰ੍ਹਾਂ ਦੇ ਨਾਲ ਮੰਤਰੀ ਜਦੋਂ ਆਪਦੇ ਕੰਮਕਾਜ ਸ਼ੁਰੂ ਕਰਦੇ ਨੇ, ਜਿਵੇਂ ਕਿ ਹੁਣ ਮੇਤੀਹਰ ਹੋਰਾਂ ਕੋਲ ਵੱਡੀ ਜ਼ਿੰਮੇਵਾਰੀ ਹੈ ਸਿੱਖਿਆ ਦੀ। ਸਿੱਖਿਆ ਸਕੂਲ ਐਜੂਕੇਸ਼ਨ, ਹਾਇਰ ਐਜੂਕੇਸ਼ਨ ਦੀ ਜ਼ਿੰਮੇਵਾਰੀ ਹੈਗੀ, ਜਿਹਦੇ ਵਿੱਚ ਨਾਲ ਉਹਨਾਂ ਕੋਲ ਸਪੋਰਟਸ ਦੀ ਵੀ ਹੈ। ਯਾਨੀ ਕਿ ਪੂਰਾ ਯੂਥ ਦੇ ਨਾਲ ਜੁੜੀ ਹੋਈ ਜਿਹੜੀ ਜ਼ਿੰਮੇਵਾਰੀਆਂ ਨੇ ਉਹ ਉਹਨਾਂ ਦੇ ਕੋਲੇ ਰਹਿਣ ਵਾਲੀਆਂ ਨੇ। ਤੇ ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਵੀ ਇਸੇ ਫਲੋਰ 'ਤੇ ਫਿਰ ਜਿੰਨੇ ਫਿਲਹਾਲ 10 ਮੰਤਰੀ ਬਣਾਏ ਨੇ ਤਾਂ ਉਹਨਾਂ ਦੇ ਕਮਰੇ ਤੀਜੇ ਫਲੋਰ 'ਤੇ ਖਤਮ ਹੋ ਜਾਂਦੇ ਨੇ, ਕਿਉਂਕਿ ਭਗਵੰਤ ਸਿੰਘ ਮਾਨ ਹੋਰਾਂ ਦਾ ਮੁੱਖ ਮੰਤਰੀ ਦਾ ਕਮਰਾ ਜਿਵੇਂ ਕਿ ਅਕਸਰ ਦੂਜੇ ਕਈ ਫਲੋਰ 'ਤੇ ਹੀ ਰਹਿੰਦਾ ਤੇ ਉਹਦੇ 'ਚ ਕੋਈ ਬਦਲਾਅ ਨਹੀਂ ਹੁੰਦਾ। ਬਾਕੀ ਜ਼ਰੂਰ ਮੰਤਰੀਆਂ ਨੂੰ ਜਿਹੜਾ ਕਿ ਆਪਣੇ ਹਿਸਾਬ ਦੇ ਨਾਲ ਕਮਰੇ ਅੱਗੇ ਪਿੱਛੇ ਮਿਲਦੇ ਨੇ। ਤੇ ਹੁਣ ਅੱਗੇ ਵੱਲ ਵਧਦੇ ਹਾਂ। ਸੈਕਟਰੀਏਟ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਕੈਬਨਿਟ ਮੰਤਰੀ ਵਿਜੇ ਸਿੰਗਲਾ ਹੋਰਾਂ ਕੋਲ ਹੈਲਥ ਦੀ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਦੇ ਵੀ ਜੇ ਕਿਹਾ ਜਾਵੇ ਤਾਂ ਜਿਹੜਾ ਕਮਰਾ ਤੁਹਾਨੂੰ ਦਿਖਾ ਦੇ ਰਿਹਾ ਖੁੱਲ੍ਹ ਕੇ ਕਿ ਪੂਰਨ ਤਿਆਰੀ ਹੋ ਚੁੱਕੀ ਆ। ਇਹ ਲੋਕਾਂ ਦੇ ਨਾਲ ਜਦੋਂ ਜਿਵੇਂ ਕਿ ਉਹ ਵੇਟਿੰਗ ਹਾਲ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਮੰਤਰੀ ਦਾ ਕਮਰਾ ਅੱਗੇ ਫੇਰ ਜਾ ਕੇ ਖੁੱਲ੍ਹਦਾ। ਤੇ ਉੱਥੇ ਵੀ ਤੁਸੀਂ ਦੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਤਸਵੀਰ ਹੈ ਉਰੇ ਹੈਗੀ ਹੈ। ਤੇ ਨਾਲ ਹੀ ਇਹ ਵੀ ਕਮਰਾ ਜਿਹੜਾ ਪੂਰਾ ਤਿਆਰ ਹੈ, ਪਿੱਛੇ ਵੇਟਿੰਗ ਰੂਮ ਹੈ ਇਹਦੇ। ਤੇ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਮੰਤਰੀ ਨੇ ਜਿਹੜਾ ਆਪਦਾ ਹੁਣ ਅੱਗੇ ਦਾ ਚਾਰਜ ਸਾਂਭਣਗੇ। ਤੇ ਇਹਦੇ ਨਾਲ ਹੀ ਕਿਹਾ ਜਾ ਸਕਦਾ ਕਿ ਜਿਵੇਂ ਅੱਜ ਦੀ ਜਿਹੜੀ ਸ਼ੁਰੂਆਤ ਹੋਣੀ ਆ ਤਾਂ ਉਸ ਤੋਂ ਬਾਅਦ ਹੁਣ ਜੇ ਕਿਹਾ ਜਾਵੇ ਅੱਗੇ ਨੂੰ ਵਧਦੇ ਹੋਏ ਜੇ ਗੱਲ ਕਰੀਏ ਥਰਡ ਫਲੋਰ 'ਤੇ ਅਸੀਂ ਇਸ ਟਾਈਮ 7ਵੇਂ ਫਲੋਰ ਤੋਂ ਸ਼ੁਰੂਆਤ ਕਰੀ ਸੀ ਹਰਜੋਤ ਬੈਂਸ ਹੋਰਾਂ ਦੇ ਕਮਰੇ ਤੋਂ ਲੈ ਕੇ, ਕਿਉਂਕਿ ਹਰਜੋਤ ਬੈਂਸ ਦੇ ਕਮਰੇ ਦੇ ਨਾਲ ਜੇ ਕਿਹਾ ਜਾਵੇ ਇਹ ਆ ਗਿਆ ਹਰਪਾਲ ਸਿੰਘ ਚੀਮਾ ਜਿਹੜੀ ਕਿ LOPC ਪਿਛਲੀ ਸਰਕਾਰ ਦੇ ਵਿੱਚ, ਨਾਲ ਹੀ ਉਹਨਾਂ ਦੇ ਦਫ਼ਤਰੀ ਅਮਲਾ ਜਿਹੜਾ ਪਹੁੰਚ ਚੁੱਕਿਆ ਹੈਗਾ। ਤਾਂ ਦਫ਼ਤਰੀ ਅਮਲੇ ਦੇ ਵਿੱਚ ਫਾਈਨੈਂਸ, ਕਾਰਪੋਰੇਸ਼ਨ, ਪਲੈਨਿੰਗ, ਇਹ ਤਮਾਮ ਡਿਪਾਰਟਮੈਂਟਸ ਉਹਨਾਂ ਕੋਲ ਰਹਿਣ ਵਾਲੇ ਹੈਗੇ ਨੇ। ਤੇ ਇਸ ਤੋਂ ਬਾਅਦ ਜੇ ਕਿਹਾ ਜਾਵੇ ਅੱਜ ਦੇ ਬਜਟ ਨੂੰ ਲੈ ਕੇ ਵੀ ਜੇ ਕਿਹਾ ਜਾਵੇ ਤਾਂ ਜਿਹੜੀ ਤਿਆਰੀ ਹੋਣੀ ਹੈਗੀ ਤੇ ਅਨੁਮਾਨਿਤ ਬਜਟ ਆ ਜਿਹੜਾ ਪੇਸ਼ ਕੀਤਾ ਜਾਣਾ ਤੇ ਉਹ ਆਪਦਾ ਜਿਹੜਾ ਚਾਰਜ ਆ ਉਹ ਸਾਂਭ ਚੁੱਕੇ ਹੈਗੇ ਨੇ। ਤੇ ਇਸੇ ਤਰ੍ਹਾਂ ਦੇ ਨਾਲ ਹੀ ਜਿਵੇਂ ਬਾਕੀ ਤੁਹਾਨੂੰ ਕਮਰੇ ਦਿਖਾਏ ਨੇ ਉਸੇ ਤਰ੍ਹਾਂ ਦੇ ਨਾਲ ਇਹਨਾਂ ਦਾ ਕਮਰਾ ਰਹਿਣ ਵਾਲਾ ਗੁਲਦਸਤਾ ਪਿਆ। ਹਾਲਾਂਕਿ ਕਿਉਂਕਿ ਪਹਿਲਾਂ ਉਹ ਆ ਕੇ ਕਹਿੰਦੇ ਜ਼ਿੰਮੇਵਾਰੀ ਸੰਭਾਲ ਗਏ, ਕੱਲ੍ਹ ਜਦੋਂ ਪੋਰਟਫੋਲੀਓ ਰਿਲੀਜ਼ ਹੋਇਆ ਉਦੋਂ ਬਾਅਦ ਨਾਲ ਸੰਭਾਲੀ ਹੈ। ਤਾਂ ਇਹ ਸੀ ਸੈਕਟਰੀਏਟ ਦੇ ਵਿੱਚ ਬਣੇ ਕਮਰੇ। ਤੇ ਨਾਲ ਤੁਹਾਨੂੰ ਇਸ ਲਈ ਵੀ ਦਿਖਾਏ ਨੇ ਕਿਉਂਕਿ ਕੱਲ੍ਹ ਨੂੰ ਜੇ ਕਿਸੇ ਨੇ ਕੰਮਕਾਜ ਆਉਣਾ ਹੈ ਤਾਂ ਇਹਨਾਂ ਦੇ ਕਮਰਿਆਂ ਦੇ ਵਿੱਚ ਤੁਹਾਨੂੰ ਬਿਨਾਂ ਬੇਝਿਜਕ ਕਿਸੇ ਨੂੰ ਪੁੱਛੇ ਬਿਨਾਂ ਸਿੱਧੇ ਤੌਰ 'ਤੇ ਤੁਸੀਂ ਆ ਸਕਦੇ ਹੋ। ਹੁਣ ਗੱਲ ਇਹ ਕਿ ਆਖਰ ਜਿਵੇਂ ਜ਼ਿੰਮੇਵਾਰੀ ਵੱਡੇ ਤੌਰ 'ਤੇ ਜੇ ਰਹਿਣ ਵਾਲੀ ਆ ਇਹਨਾਂ ਮੰਤਰੀਆਂ ਦੇ ਕੋਲੇ, ਲੋਕਾਂ ਦੇ ਲਈ ਕਿਸ ਤਰ੍ਹਾਂ ਦੇ ਨਾਲ ਜਿਹੜੀ ਜੇ ਕਹੀਏ ਕਿ ਫੈਸਿਲਿਟੀ ਡਿਲੀਵਰ ਕਰਨਗੇ, ਇਹ ਵੱਡਾ ਚੈਲੰਜ ਰਹਿਣ ਵਾਲਾ। ਪਰ ਨਾਲ ਜਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਤੇ ਹੁਣ ਮੰਤਰੀ ਬਣ ਗਏ ਨੇ ਉਹਨਾਂ ਦਾ ਸਭ ਤੋਂ ਉੱਤੇ ਕਹਿਣਾ ਕਿ ਪੁਰਾਣੇ ਸਿਸਟਮ ਨਹੀਂ ਚੱਲਣਗੇ, ਇੱਕ ਇਮਾਨਦਾਰ ਸਿਸਟਮ ਹੈ ਜਿਹੜਾ ਉਹ ਅਸੀਂ ਲੋਕਾਂ ਨੂੰ ਦੇਣਾ ਹੈ।